ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕ ਸਰੋਤਿਆਂ ਨੂੰ ਜੀ, ਧੰਨਵਾਦ ਨਾਲ ਜੋੜਨ ਲਈ। ਨਾਲ ਲਗਾ ਰੱਖਣ ਵਾਲੇ ਜਿਹੜੇ ਪੰਜਾਬੀ ਨੇ ਉਹ ਜਾਣਨਾ ਚਾਹੁੰਦੇ ਨੇ ਕਿ ਬਾਕੀ ਸੂਬਿਆਂ ਦੇ ਵਿੱਚ ਕੀ ਬਣਦਾ, ਕਿਉਂਕਿ ਦਿੱਲੀ ਤੱਕ ਪਹੁੰਚਣ ਦਾ ਮਾਰਗ ਪੰਜਾਬ ਤੋਂ ਉਹ ਵੀ ਸੂਬੇ ਜਿਹੜੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਖੈਰ 25,000 ਲਵਾਰਸ ਲਾਸ਼ਾਂ ਦੇ ਵਾਰਸ ਬਣੇ ਸਨ ਸਰਦਾਰ ਜਸਵੰਤ ਸਿੰਘ ਜੀ ਖਾਲੜਾ, ਤੇ ਜਿਨ੍ਹਾਂ ਨੂੰ ਉਸ ਵਕਤ ਸਮੇਂ ਦੇ ਉਸ ਖਾਕੀ ਧਾਰੀ ਵਰਦੀ ਦੇ ਨਸ਼ੇ ਦੇ ਵਿੱਚ ਚੂਰ, ਹੁਣ ਮੈਂ ਲਫ਼ਜ਼ ਕੀ ਵਰਤਾਂ, ਉਹਨਾਂ ਨੇ ਕਿਹਾ ਸੀ ਖਾਲੜਾ 25,000 ਇੱਕ ਗਿੱਲਾ, ਤੇ ਜਗ੍ਹਾ ਵੀ ਉਹੀ ਹਰੀ ਕੇ ਪੱਤਨ ਦੀਆਂ ਮੱਛੀਆਂ, ਜਗ੍ਹਾ ਵੀ ਉਹੀ, ਤੇ 25,000 ਇੱਕ। 25,000 ਨਹੀਂ, ਉਹਨਾਂ ਨੇ ਕਿਹਾ ਤੂੰ ਗਲਤ ਆ, ਕਹਿੰਦਾ ਕਿਉਂ, ਕਹਿੰਦਾ 25,000 ਇੱਕ ਆ। ਤੇ ਅਗਲੇ ਨੇ ਕੀਤਾ ਅਗਲੇ ਨੇ। ਚਲੋ ਉਹ ਸ਼ਹਾਦਤ ਦਾ ਜਾਮ ਪੀ ਗਿਆ, ਉਹਨੇ ਭੂਮਿਕਾ ਨਿਭਾ ਦਿੱਤੀ। ਪਰ ਸਾਡੀ ਕੌਮ ਇਹੋ ਜਿਹੇ ਸ਼ਹੀਦਾਂ ਦਾ ਮੁੱਲ ਨਹੀਂ ਪਾਉਂਦੀ। 4 ਦਿਨ ਲਾਲਾ ਬੜੀ ਹੁੰਦੀ ਹੈ, ਬੜੇ ਵੇਖੇ ਨੇ ਆਪਾਂ। ਜੇਕਰ ਨੌਜਵਾਨਾਂ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਨ ਵਾਲਿਆਂ ਦੀ ਜੇ ਆਪਾਂ ਜ਼ਿਕਰ ਕਰਨਾ ਵੇਖਣਾ, ਤਾਂ ਉਸ ਨੌਜਵਾਨ ਦੀ ਜੋ ਬਟਾਲੇ ਤੋਂ ਸਭ ਤੋਂ ਵੱਡਾ ਜਿੱਤੇ ਫਿਲਮ ਵੀ ਬਣੀ, ਹਾਂਜੀ ਯਾਦ ਆ ਤੁਹਾਨੂੰ, ਉਹਦੀ ਸ਼ਹਾਦਤ ਦੇ ਮੌਕੇ ਤੇ ਕਿੱਡਾ ਵੱਡਾ ਇਕੱਠ ਸੀ, ਪਤਾ ਹੀ ਕੋਈ ਨਹੀਂ, ਤਿਲ ਸੁੱਟਣ ਨੂੰ ਜਗ੍ਹਾ ਨਹੀਂ ਸੀ, ਜੁੱਤੀਆਂ ਤੱਕ ਲੋਕਾਂ ਦੀਆਂ ਗਵਾਚ ਗਈਆਂ ਸਨ। ਉਦੋਂ ਵੀ ਲੋਕੀ ਉਹਦੇ ਲਈ ਬੜੇ ਵੱਡੀਆਂ ਗੱਲਾਂ ਕਰਦੇ ਸਨ, ਆਹ ਹੋਊਗਾ ਉਹ ਹੋਊਗਾ, ਬੜੇ ਹੋਰ ਯੋਧੇ ਹੋਏ। ਪਰ ਸਮੇਂ ਦੇ ਨਾਲ ਹੌਲੀ ਹੌਲੀ ਨਾ ਉਹਨਾਂ ਦਾ ਜਿਹੜਾ ਹੈ ਅਲੋਪ ਹੋ ਗਿਆ। ਇਸੇ ਤਰ੍ਹਾਂ ਜਸਵੰਤ ਸਿੰਘ ਖਾਲੜਾ ਦਾ ਨਾਂ ਚਰਚਾ ਦੇ ਵਿੱਚ ਹੈ। ਦਲਜੀਤ ਦੋਸਾਂਝ ਹੀਰੋ ਹੈ, ਫਿਲਮਾਂ ਬਣਾਉਂਦਾ ਹੈ, ਉਹਦੀ ਵੱਲੋਂ ਬਣਾਈ ਜਾ ਰਹੀ ਇੱਕ ਫਿਲਮ ਹੈ, ਉਸਨੂੰ ਰੁਕਵਾ ਦਿੱਤਾ ਗਿਆ ਹੈ। ਤੇ ਇਹ ਕਿਸੇ ਹੋਰ ਨੇ ਨਹੀਂ ਰੁਕਵਾਇਆ, ਖਾਲੜਾ ਮਿਸ਼ਨ ਵਾਲਿਆਂ ਨੇ ਰੁਕਵਾਇਆ। ਕੀ ਕਾਰਨ ਹੈ ਰੁਕਵਾਉਣ ਦਾ? ਚਾਵਲਾ ਸਾਹਿਬ, ਬਾਬਾ ਦਰਸ਼ਨ ਸਿੰਘ, ਹਰਮਨਦੀਪ ਸਿੰਘ, ਸਤਵਿੰਦਰ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਗੁਰਤੇਜ ਸਿੰਘ, ਸਮਥਿੰਗ ਹੋਰ ਇਹੋ ਜਿਹੇ ਕਈ ਸਾਰੇ ਬੰਦੇ ਹੈਗੇ ਜਿਨ੍ਹਾਂ ਨੇ ਕਿ ਕੱਲ ਜਦੋਂ ਸ਼ੂਟਿੰਗ ਹੋਣ ਲੱਗੀ ਤਾਂ ਦਲਜੀਤ ਸਿੰਘ ਦੀ ਫਿਲਮ ਨੂੰ ਜਿਹੜੀ ਖਾਲੜਾ ਤੇ ਬਣਾ ਰਹੇ ਨੇ, ਉਹ ਜਸਵੰਤ ਸਿੰਘ ਸਰਦਾਰ ਜਸਵੰਤ ਸਿੰਘ ਖਾਲੜਾ ਬਣਾ ਰਹੇ ਨੇ, ਉਹਨਾਂ ਨੂੰ ਰੋਕਿਆ। ਕਾਰਨ ਇਹ ਦੱਸਿਆ ਉਹਨਾਂ ਨੇ ਰਾਜਪਾਲ ਤੇ DGP ਨੂੰ ਚਿੱਠੀਆਂ ਭੇਜ ਕੇ ਕਿ ਇਹ ਜਿਹੜੀ ਫਿਲਮ ਹੈਗੀ ਆ, ਇਹ ਸਾਡੇ ਜਸਵੰਤ ਸਿੰਘ ਖਾਲੜਾ ਬਹੁਤ ਵੱਡੇ ਸ਼ਹੀਦ ਹੋਏ ਨੇ, ਤੇ ਸ਼ਹੀਦਾਂ ਦਾ ਏਦਾਂ ਕੋਈ ਬੰਦਾ ਰੋਲ ਨਹੀਂ ਕਰ ਸਕਦਾ, ਕੋਈ ਵੀ, ਕਿਉਂਕਿ ਉਹ ਸ਼ਹੀਦ ਨੇ, ਕੋਈ ਹੋਰ ਬੰਦਾ ਰੋਲ ਨਹੀਂ ਕਰ ਸਕਦਾ ਉਹਦਾ, ਤੇ ਅਸੀਂ ਮਹਾਨ ਸ਼ਹੀਦ ਦੀ ਜਿਹੜੀ ਸ਼ਹਾਦਤ ਨੂੰ ਏਦਾਂ ਫਿਲਮਾਂ ਦੇ ਵਿੱਚ ਖੰਡਿਤ ਨਹੀਂ ਹੋਣ ਦੇਣਾ ਚਾਹੁੰਦੇ। ਇਹ ਗੱਲ ਉਹਨਾਂ ਨੇ ਲਿਖੀ ਹੈ, ਤੇ ਨਾਲ ਇਹ ਵੀ ਗੱਲ ਕੀਤੀ ਹੈ ਕਿ ਸਾਡੇ ਸ਼ਹੀਦਾਂ ਦਾ ਇਹ ਲੋਕ ਜਿਹੜੀ ਫਿਲਮਾਂ ਬਣਾ ਕੇ ਪੈਸੇ ਕਮਾਉਣ ਦੇ ਮਾਰੇ ਇਹ ਲੋਕ ਸ਼ਹੀਦਾਂ ਦਾ ਅਪਮਾਨ ਕਰਦੇ ਆ, ਤੇ ਇਹੋ ਜਿਹੀਆਂ ਗੱਲਾਂ ਲਿਖ ਕੇ ਉਹਨਾਂ ਨੇ ਕੀਤੀ ਹੈ ਗੱਲ। ਤੇ ਭਾਵੇਂ ਕਿ ਤੇ ਇਸ ਗੱਲ ਨੂੰ ਲੈ ਕੇ ਚਰਚਾ ਵੀ ਕਾਫੀ ਹੋਈ ਹੈ। ਖਾਲੜਾ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਨੀ ਚਾਹੀਦੀ ਹੈ, ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਜਿਹੜਾ ਸ਼ਹੀਦ ਦੇ ਸਰਦਾਰ ਭਗਤ ਸਿੰਘ ਦਾ ਰੋਲ ਜੇ ਕੋਈ ਫਿਲਮ ਕਰ ਸਕਦਾ, ਫਿਲਮਕਾਰ ਜਿਹੜਾ ਬੰਦਾ ਹੈ ਕਰ ਸਕਦਾ, ਤਾਂ ਜਸਵੰਤ ਸਿੰਘ ਖਾਲੜਾ ਦਾ ਰੋਲ ਵੀ ਕੋਈ ਕਰ ਸਕਦਾ ਹੈ। ਜੇ ਇੱਕ ਉਧਮ ਸਿੰਘ ਦਾ ਰੋਲ ਕੋਈ ਕਰ ਸਕਦਾ ਤਾਂ ਜਸਵੰਤ ਸਿੰਘ ਖਾਲੜਾ ਦਾ ਰੋਲ ਵੀ ਕਰ ਸਕਦਾ ਹੈ। ਤੇ ਕਰਕੇ ਬਹੁਤ ਵੱਡੇ ਸ਼ਹੀਦਾਂ ਦੇ ਰੋਲ ਜਿਹੜੇ ਕਰਨ ਵਾਲੇ ਜਿਹੜੇ ਕਈ ਫਿਲਮਾਂ 'ਚ ਹੈਗਾ, ਤੇ ਜਸਵੰਤ ਸਿੰਘ ਖਾਲੜਾ ਦੀ ਜ਼ਿਕਰ ਆਉਣਾ ਚਾਹੀਦਾ ਫਿਲਮਾਂ 'ਚ। ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਉਜਾਗਰ ਹੋਣਾ ਚਾਹੀਦਾ। ਇੱਥੇ ਜਿਹੜਾ ਤਰਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣ ਕੇ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਇੱਥੇ ਕੈਨੇਡਾ ਦੇ ਵਿੱਚ ਆਏ ਸੀ, ਤੇ ਇੱਥੇ ਪਾਰਲੀਮੈਂਟ ਤੱਕ ਉਹਨੇ ਆਵਾਜ਼ ਬੁਲੰਦ ਕੀਤੀ ਸੀ। ਬੜੀ ਜੋਸ਼ੀਲੀ ਤਕਰੀਰ ਕਰਦੇ ਨੇ। ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਨਾਲ ਅਸੀਂ ਇੱਥੇ ਇੰਟਰਵਿਊ ਕਰ ਚੁੱਕੇ ਲੰਬਾ ਸਮਾਂ ਪਹਿਲਾਂ। ਉਹਨਾਂ ਦੀ ਇੱਥੇ ਇੱਕ ਸਾਡੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਯਾਦਗਾਰ ਬਣੀ ਹੋਈ ਹੈ। ਉਦੋਂ ਮਤਲਬ ਗੱਲ ਇਹ ਹੈ ਕਿ ਜੇ ਫਿਲਮ ਬਣਾਉਂਦੇ ਨੇ ਤੇ ਇਹਦੇ ਵਿੱਚ ਇਹ ਜਿਹੜਾ ਗੁਰਸਿੱਖ ਸ਼ਹੀਦ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਇਹ ਅੰਮ੍ਰਿਤਧਾਰੀ ਹੈ। ਪੁਆਇੰਟ ਇਹ ਹੈ, ਇਹ ਅੰਮ੍ਰਿਤਧਾਰੀ ਹੈ, ਤੇ ਪੂਰਨ ਅੰਮ੍ਰਿਤਧਾਰੀ ਦਿਖਾਇਆ ਜਾਣਾ ਚਾਹੀਦਾ ਹੈ। ਤੇ ਸ੍ਰੀ ਸਾਹਿਬ ਉੱਤੋਂ ਦੀ ਵੀ ਪਾਉਂਦੇ ਸਨ, ਹੈ ਨਾ। ਪਰ ਹੁਣ ਦਲਜੀਤ ਫਿਲਮਾਂ ਦੇ ਵਿੱਚ ਵੰਨ-ਸਵੰਨੇ ਰੋਲ ਕਰਦਾ ਹੈ, ਤੇ ਉਹ ਅੰਮ੍ਰਿਤਧਾਰੀ ਨਹੀਂ ਹੈ। ਉਹ ਦਾੜਾ ਤੇ ਬਣਾ ਲੇਗਾ, ਉਸ ਤਰ੍ਹਾਂ ਦਾ ਭੇਸ਼ਭੂਸ਼ਾ ਵੀ ਉਸ ਤਰ੍ਹਾਂ ਦੀ ਬਣਾ ਲੇਗਾ, ਪਰ ਉੱਤੋਂ ਦੀ ਸ੍ਰੀ ਸਾਹਿਬ ਕੀ ਉਹ ਡੁਪਲੀਕੇਟ ਸ੍ਰੀ ਸਾਹਿਬ ਪਾਵੇਗਾ? ਸਵਾਲ ਇਹ ਵੀ ਹੈ। ਸਵਾਲ ਆ ਵੱਖਰੇ ਐਂਗਲ ਤੋਂ ਹੋਣੇ ਸ਼ੁਰੂ ਹੋ ਜਾਣਗੇ। ਪਰ
ਮੇਰਾ ਖੁਦ ਦਾ ਵੀ ਮੰਨਣਾ ਹੈ ਕਿ ਇਹ ਫਿਲਮ ਵਾਕਿਆ ਹੀ ਇਸ ਫਿਲਮ ਦੇ ਵਿੱਚ ਬਹੁਤ ਵੱਡੀ ਜਾਨ ਹੈ। ਜਿਸ ਤਰੀਕੇ ਨਾਲ ਕਹਿ ਕੇ ਜੇ ਪ੍ਰੋਪਰ ਡਾਇਲੌਗ ਉਸੇ ਤਰ੍ਹਾਂ ਦੇ ਨੇ, ਪ੍ਰੋਪਰ ਫਿਲਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਕਟਿੰਗ ਵਟਿੰਗ ਨਹੀਂ ਕੀਤੀ ਗਈ, ਉਹਦੀ ਸ਼ਹੀਦੀ ਨੂੰ ਰੋਲਿਆ ਨਹੀਂ ਜਾ ਰਿਹਾ, ਡਾਇਲੌਗ ਬਾਜੀ ਪੂਰੀ ਹੈ। ਜੇਕਰ ਅੱਗੇ ਜਾ ਕੇ ਸੈਂਸਰ ਬੋਰਡ ਉੱਤੇ ਕੈਂਚੀ ਫੇਰ ਕੇ ਤੇ ਉਹਦੇ ਵਿੱਚ ਕੋਈ ਕੱਟ ਵੱਢ ਕਰਕੇ ਆਪਣੇ ਮੁਤਾਬਕ ਫਿਲਮ ਦਾ ਰੋਲ ਬਣਾ ਕੇ ਤੇ ਫਿਰ ਉਹਨੂੰ ਰਿਲੀਜ਼ ਕਰ ਦਿੰਦਾ ਹੈ ਤਾਂ ਫਿਰ ਤਾਂ ਕਹਾਣੀ ਵੱਖਰੀ ਹੈ। ਪਰ ਜੇ ਉਹਦੇ ਲਈ ਪ੍ਰੋਪਰ ਸਟੋਰੀ ਲਿਖੀ ਗਈ ਹੈ ਤਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਟਰਸਟ ਜਾਂ ਵਾਟਐਵਰ ਜੋ ਵੀ ਇਹ ਕਮੇਟੀ ਬੈਠ ਕੇ ਵੇਖੇ, ਜੇ ਬਣ ਸਕਦੀ ਹੈ ਤੇ ਮੇਰੇ ਖਿਆਲ ਦੇ ਵਿੱਚ ਬਣਨੀ ਚਾਹੀਦੀ ਹੈ, ਤਾਂ ਕਿ ਇਹ ਫਿਲਮ ਜਿਹੜੀ ਹੈ ਅੱਜ ਦੇ ਯੂਥ ਵਾਸਤੇ ਵੀ, ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਵੀ, ਆਉਣ ਵਾਲੀ ਸਾਡੀ ਪੀੜ੍ਹੀ ਵਾਸਤੇ ਵੀ ਤੇ ਆਉਣ ਵਾਲੇ ਸਾਡੇ ਸਮੇਂ ਵਾਸਤੇ ਵੀ ਇੱਕ ਧਰੋਹਰ ਹੋ ਸਕਦੀ ਹੈ, ਜੇਕਰ ਵਾਕਿਆ ਹੀ ਇਹਦੀ ਸਟੋਰੀ ਨੂੰ ਸਹੀ ਤਰੀਕੇ ਨਾਲ ਫਿਲਮ ਜਿਹੜੀ ਹੈ ਬਣਾ ਰਹੀ ਜਿਹੜੀ ਹੈ ਟੀਮ। ਕਿਉਂਕਿ ਇਹਦੇ ਵਿੱਚ ਨਾ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੈ ਕਿ ਉਸ ਵਕਤ ਜਿਹੜੇ ਸਮੇਂ ਦੇ ਉੱਤੇ ਮੁਲਾਜ਼ਮ ਸਨ, ਜਿਹੜੇ ਪੁਲਿਸ ਵਰਦੀ ਦੇ ਵਿੱਚ ਸਨ, ਉਹਨਾਂ ਦਾ ਕਹਿਰ ਉਸ ਇਲਾਕੇ ਦੇ ਵਿੱਚ ਜਿਹੜੇ 25,000 ਲਵਾਰਸ, ਸਿਰਫ 3 ਜ਼ਿਲ੍ਹੇ ਨੇ ਤਰਨ ਤਾਰਨ ਦੇ, ਪੰਜਾਬ ਬਹੁਤ ਵੱਡਾ, ਤਰਨ ਤਾਰਨ ਦੇ ਪੁਲਿਸ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਸ਼ਹੀਦ ਕੀਤਾ ਗਿਆ। ਉਹ ਕਹਾਣੀ ਹੈ, ਬੜਾ ਦਰਦਨਾਕ ਕਹਾਣੀ ਹੈ, ਬੜੀ ਅਹਿਮ ਮਹੱਤਵਪੂਰਨ ਕਹਾਣੀ ਹੈ। ਬਣਨੀ ਚਾਹੀਦੀ ਹੈ ਫਿਲਮ ਜੇ ਬਿਨ ਉਸੇ ਤਰ੍ਹਾਂ ਦੇ ਹੀ ਡਾਇਲੌਗ ਲਿਖੇ ਗਏ ਨੇ, ਉਸੇ ਤਰ੍ਹਾਂ ਹੀ ਸਟੋਰੀ ਲਿਖੀ ਜਾਈ ਗਈ ਹੈ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਆਪਣਾ ਅਸਲ 'ਚ ਨਾ ਜਿਹੜਾ ਵਜੀਦ ਸਿੰਘ ਬਹੁਤ ਵੱਡਾ ਹੀਰੋ ਹੈਗਾ ਪੰਜਾਬੀ ਦਾ, ਜੇਕਰ ਉਸ ਬੰਦੇ ਨੇ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਾਉਣ ਦੀ ਸੋਚੀ ਹੈ ਗੱਲ, ਉਹ ਕਿਰਤਕਾਰ ਕੀਤੀ ਗਈ ਹੈ, ਤਾਂ ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ ਕਿ ਫਿਲਮ ਆਮ ਜੀ ਮਸਲੇ ਬਣੇਗੀ। ਉਹ ਫਿਲਮ ਬਹੁਤ ਵੱਡੀ ਬਣਨੀ ਆ, ਬਹਿ ਕੇ ਡਿਸਕਸ ਕੀਤੀ ਜਾ ਸਕਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਈ ਫਿਲਮਾਂ ਦੇ ਉੱਪਰ ਰੋਕ ਲੱਗੀ ਆ ਤੇ ਬਾਅਦ 'ਚ ਉਹਨੂੰ ਇਜਾਜ਼ਤ ਦੇ ਦਿੱਤੀ ਗਈ ਆ ਦੇਖ ਕੇ, ਕਿਉਂਕਿ ਪਿਛਲੇ ਪਾਸੇ ਦੋਸ਼ ਲੱਗਦੇ ਰਹੇ ਨੇ ਕਿ ਜੀ ਉਹ ਲੈਣ ਦੇਣ ਹੋਇਆ ਕੁਛ, ਤੇ ਏਦਾਂ ਦਾ ਕੰਮ ਨਾ ਹੋਵੇ। ਤੇ ਜਸਵੰਤ ਸਿੰਘ ਖਾਲੜਾ ਤੇ ਮੈਂ ਕਹਿੰਦਾ ਮੇਰੀ ਗੱਲ ਨਿੱਜੀ ਤੌਰ ਤੇ ਵਿਚਾਰ ਹੈਗੇ ਆ ਕਿ ਉਹਨਾਂ ਦਾ ਰੋਲ ਵੀ ਜੇਕਰ ਕਰੇ ਦਿਲਜੀਤ ਤਾਂ ਕੋਈ ਹਰਜ ਨਹੀਂ ਹੈਗਾ। ਦੇਖੋ, ਇੱਕ ਅੰਮ੍ਰਿਤਧਾਰੀ, ਇੱਥੇ ਤਾਂ ਲੋਕ ਅੰਮ੍ਰਿਤ ਛਕ ਕੇ ਉੱਪਰੋਂ ਕਿਰਪਾਨਾਂ ਪਾ ਕੇ ਚਿੱਟੇ ਕੱਪੜੇ ਕਿੰਨੇ ਗੰਦ ਪਾਉਂਦੇ ਹੈਗੇ ਆ, ਤੇ ਜੇਕਰ ਉਹ ਬੰਦਾ ਇੱਕ ਬੰਦੇ ਦੇ ਹੀਰੋ ਨੂੰ ਚਮਕਾਉਣ ਦੀ ਗੱਲ ਕਰ ਰਿਹਾ ਕੱਪੜੇ ਪਾ ਕੇ ਉਹਦੇ, ਮੈਂ ਕਹਿੰਦਾ ਕੀ ਹਰਜ ਹੈ? ਇੱਕ ਹੀਰੋ ਹੈ ਸਾਡਾ ਜਸਵੰਤ ਸਿੰਘ ਖਾਲੜਾ, ਸ਼ਹੀਦ ਹੈ। ਮੈਂ ਕਿਹਦਾ ਸਾਹਿਬ ਸਹਿਮਤ ਆ ਤੁਹਾਡੇ ਨਾਲ, ਪਰ ਕੁਝ ਗੰਦੇ ਅਨਸਰ ਇਹ ਕੰਮ ਕਰਦੇ ਹੋਣਗੇ ਕਿ ਸ੍ਰੀ ਸਾਹਿਬ ਪਾ ਕੇ ਉਹ ਗੰਦ ਖਿਲਾਰਦੇ ਹੋਣਗੇ। ਉਹ ਸਿੱਖ ਨਹੀਂ, ਉਹ ਗੰਦੇ ਆਂਡੇ ਹੋ ਸਕਦੇ ਨੇ। ਜਿਹੜਾ ਪੂਰਨ ਗੁਰੂ ਦਾ ਸਿੱਖ ਹੈ, ਗੁਰੂ ਦੇ ਲੜ ਲੱਗਾ, ਉਹ ਜਾਨ ਵੀ ਦੇ ਸਕਦਾ, ਸ੍ਰੀ ਸਾਹਿਬ ਉਤਾਰ ਨਹੀਂ ਸਕਦਾ ਸ੍ਰੀ ਸਾਹਿਬ ਦੇ ਖਾਤਰ, ਤੇ 5 ਕਕਾਰੀ ਹੋਵੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਿੱਖ। ਗੰਦਾ ਆਂਡਾ ਨਾ ਹੋਵੇ ਜਿਹੜਾ ਇਹੋ ਜਿਹੀ ਕਰਤੂਤ ਕਰਦਾ, ਤਾਂ ਸਿਰੇ ਦਾ ਹਰਾਮੀ ਹੋ ਸਕਦਾ। ਹੋਰ ਕੀ ਕਹਾਂ ਉਹਨੂੰ ਮੈਂ? ਉਹ ਹਰਾਮ ਜ਼ਿਆਦਾ ਹੋ ਸਕਦਾ ਜੇ ਉਹ ਪਖੰਡ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਮਣੇ ਖਲੋ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ, ਤੇ ਜੇ ਉਹ ਹਰਾਮੀਪੁਣਾ ਕਰਦਾ ਤੇ ਉਹ ਸਭ ਤੋਂ ਵੱਡਾ, ਮੈਂ ਹੁਣ ਗਾਲ ਕੱਢ ਦਿੱਤੀ, ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਕਰਦਾ ਹੈ। ਤੁਸੀਂ ਜਿਹੜੀ ਗੱਲ ਕਹੀ ਆ, ਜਿਹੜਾ ਕਰਦਾ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਕੇ ਚਾਵਲਾ ਸਾਹਿਬ, ਪਰ ਮੈਂ ਕਹਿੰਦਾ ਜੀ ਜਿਹੜਾ ਕਰਦਾ, ਅਕੀਦਾ ਸਾਹਿਬ ਜਿਹੜਾ ਕਰਦਾ ਪਖੰਡੀ ਹੋ ਸਕਦਾ, ਦਮੀ ਹੋ ਸਕਦਾ, ਹਰਾਮੀ ਹੋ ਸਕਦਾ, ਪਰ ਗੁਰੂ ਦਾ ਸਿੱਖ ਨਹੀਂ ਹੋ ਸਕਦਾ, 5 ਕਕਾਰੀ ਨਹੀਂ ਹੋ ਸਕਦਾ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਪੁੱਤਰ ਨਹੀਂ ਹੋ ਸਕਦਾ। ਕਿਉਂਕਿ ਇਸ ਮੰਚ ਤੇ ਕਹੀ ਹੋਈ ਗੱਲ ਜਿਹੜੀ ਆ ਨਾ, ਕਰੋੜਾਂ ਕੰਨਾਂ ਨੇ ਸੁਣਨੀ ਆ, ਬਾਅਦ ਦੇ ਵਿੱਚ ਰਿਪੀਟ ਹੋਣੀ ਆ। ਜਿਹੜੀ ਗੱਲ ਤੁਸੀਂ ਕਹੀ ਆ ਮੈਂ ਸਹਿਮਤ ਹਾਂ, ਕੁਝ ਕਰਦੇ ਨੇ, ਸਾਰੇ ਨਹੀਂ ਕਰਦੇ, ਕੁਝ ਕਰਦੇ ਨੇ, ਉਹ ਵਾੜੇ ਗਏ ਨੇ, ਉਹ ਲਾਂਤੀ ਨੇ, ਗੋਲਕਾਂ ਵੀ ਚੋਰੀ ਹੁੰਦੀਆਂ ਨੇ, ਲਾਂਤੀ ਨੇ, ਹੋਰ ਦੱਸੋ। ਪਰ ਸਾਰੇ ਨਹੀਂ, ਗੁਰੂ ਦੀ ਸਿੱਖੀ ਹੈ, ਗੁਰੂ ਦੀ ਸਿੱਖੀ ਹੈ, ਚੜ੍ਹਦੀ ਕਲਾ ਦੇ ਵਿੱਚ ਸਿੱਖੀ ਹੈਗੀ ਜੀ। ਨਹੀਂ, ਆਪਾਂ ਅਗਲੀ ਕਾਲ ਲੈ ਲੈਣੇ ਜੀ। ਪਰ ਦਲਜੀਤ ਜੇ ਫਿਲਮ ਬਣਾਉਂਦਾ, ਮੈਂ ਅੱਗੇ ਕਹਿਣਾ ਕਿ ਜੇ ਦਲਜੀਤ ਫਿਲਮ ਬਣਾਉਂਦਾ ਹੈ ਤੇ ਉਹ ਪਹਿਲਾਂ ਫਿਰ ਬਣ ਚੁੱਕੀ ਹੈ ਫਿਲਮ। ਸਾਡੇ ਸਟੂਡੀਓ ਦੇ ਵਿੱਚ ਆਏ ਸੀਗੇ ਆਪਣੇ, ਜਿਹੜੀ ਭਾਈ ਹਵਾਰੇ ਤੇ ਬਣੀ ਸੀ ਫਿਲਮ। ਹਾਂਜੀ, ਕੌਮ ਦੇ ਹੀਰੇ ਫਿਲਮ ਕਿੰਨੀ ਪਿਆਰੀ ਚੱਲਣੀ, ਕਿੰਨੀ ਪਿਆਰੀ ਫਿਲਮ ਆ ਉਹ। ਪਰ ਕੌਮ ਦੇ ਹੀਰੇ ਬਣਾ ਕੇ ਮੁੜ ਕੇ ਬਾਅਦ ਦੇ ਵਿੱਚ ਉਹ ਕੀ ਉਹਦੀ ਭੂਮਿਕਾ ਰਹੀ ਹੈ। ਹਾਂਜੀ, ਆਓ ਦੇਖਦੇ ਹਾਂ ਜੀ ਅਗਲੀ ਕਾਲ। ਹੈਲੋ ਜੀ ਸਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਛੋਟਾ ਰੱਖਿਓ ਜੀ ਸਵਾਲ ਪਲੀਜ਼। ਬਿਲਕੁਲ ਛੋਟਾ ਸਰ, ਮੈਂ ਇਸੇ ਕਰਕੇ ਕਹਿੰਦਾ ਵੀ ਸਵਾਲ ਮੇਰਾ ਪੂਰਾ ਸੁਣ ਲਓ ਫਿਰ ਜਵਾਬ ਦਿਓ। ਮੈਂ 30 ਸੈਕਿੰਡ ਚ ਗੱਲ ਖਤਮ ਕਰ ਰਿਹਾ। ਗੱਲ ਇਹ ਸਰ ਵੀ ਮੈਂ ਕਿਤੇ ਪੜ੍ਹਿਆ ਵੀ ਕੋਈ ਮਤਲਬ ਕਿ ਬੰਦ ਕਰਾਉਣ ਦੀ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਨ੍ਹਾਂ ਨੂੰ ਆ ਵੀ ਜੇ ਫਿਲਮ ਰਿਲੀਜ਼ ਹੋ ਗਈ ਤਾਂ ਸਾਡੀ
ਅਸਲੀਅਤ ਸਾਹਮਣੇ ਆ ਜਾਣੀ ਆ। ਅਦਰਵਾਈਜ਼ ਉਹਨੇ ਲੈਟਰ ਵੀ ਛਾਪਿਆ ਜਿਹੜਾ ਜਿਨ੍ਹਾਂ ਦਾ ਬੰਦਾ ਆ, ਜਿਸ ਫੈਮਿਲੀ ਦਾ, ਉਹਨਾਂ ਨੇ ਇਜਾਜ਼ਤ ਦਿੱਤੀ ਆ ਵੀ ਸਾਡੇ ਬੰਦੇ ਦੀ ਫੈਮਿਲੀ ਦੀ ਬਾਇਓਪਿਕ ਬਣਾ ਸਕਦੇ ਆ। ਬਾਕੀ ਰਹੀ ਗੱਲ ਜਿਹੜੀ ਉਹ ਸ਼ਹੀਦ ਕਮੇਟੀ ਆ ਜਿਨ੍ਹਾਂ ਨੇ ਉਹ ਕੌਮ ਦਾ ਸ਼ਹੀਦ ਮੰਗੀ, ਠੀਕ ਆ, ਲੇਕਿਨ ਰਾਜਪਾਲ ਜਾਂ ਪੁਲਿਸ ਨੇ ਉਹ ਤਾਂ ਸਰਕਾਰੀ ਅਧਿਕਾਰੀ ਹੈ, ਸਰਕਾਰ ਨੇ ਥੋੜਾ ਸ਼ਹੀਦ ਦਾ ਦਰਜਾ ਦਿੱਤਾ ਤੇ ਉਹਨਾਂ ਕਿਸ ਬੇਸ ਤੇ ਉਹ ਬੇਨਤੀ ਮੰਨ ਲਈ ਉਹਨਾਂ ਦੀ? ਜੀ ਬਿਲਕੁਲ ਸਮਝਣ ਵਾਲੀ ਆ, ਸ਼ਹੀਦ ਦੀ ਬਾਇਓਪਿਕ ਦਾ ਆਬਜੈਕਸ਼ਨ ਕਰ ਲਿਆ ਕਿਉਂਕਿ ਸਰਕਾਰ ਨੇ ਕਿਹੜਾ ਸ਼ਹੀਦ ਦਾ ਦਰਜਾ ਦਿੱਤਾ ਹੈ। ਜੀ ਮਿਹਰਬਾਨੀ, ਥੈਂਕ ਯੂ ਜੀ। ਓਕੇ ਸਰ ਜੀ ਸ਼ਹੀਦ ਦਾ ਦਰਜਾ ਤੇ ਭਗਤ ਸਿੰਘ ਹੋਣਾ ਦੇ ਕੋਲ ਵੀ ਨਹੀਂ ਹੈਗਾ, ਕਰਤਾਰ ਸਿੰਘ ਸਰਾਭਾ ਦੇ ਕੋਲੋਂ ਨਹੀਂ ਹੈਗਾ, ਉਦਮ ਸਿੰਘ ਦੇ ਕੋਲ ਨਹੀਂ ਹੈਗਾ, ਰਾਜਗੁਰੂ ਸੁਖਦੇਵ ਦੇ ਕੋਲ ਨਹੀਂ ਹੈਗਾ। ਹਾਂਜੀ ਪੁਆਇੰਟ ਵਧਿਆ ਉਠਾਇਆ ਨਹੀਂ, ਸ਼ਹੀਦ ਤਾਂ ਚਾਵਲਾ ਸਾਹਿਬ ਹੁਣ ਇੱਕ ਨਵਾਂ ਸ਼ਹੀਦ ਆਪਣਾ ਆਇਆ ਨਾ ਜੀ, ਦੀਪ ਸਿੱਧੂ, ਉਹਨੂੰ ਵੀ ਸ਼ਹੀਦ ਬਣਾ ਦਿੱਤਾ ਗਿਆ ਨਾ, ਉਹ ਵੀ ਸ਼ਹੀਦ ਬਣ ਗਿਆ ਆਪਣਾ ਨਵਾਂ ਦੀਪ ਸਿੱਧੂ। ਉਹਨੂੰ ਵੀ ਸਿਮਰਜੀਤ ਸਿੰਘ ਮਾਨ ਜਿਹੜਾ ਹੈਗਾ ਸ਼ਹੀਦ ਤੌਰ ਤੇ ਕਹਿ ਰਿਹਾ ਕਿ ਬਹੁਤ ਵੱਡਾ ਮੇਰਾ ਵਾਰਸ ਹੈਗਾ। ਬਲਕਿ ਸ਼ਹੀਦ ਸਾਡੇ ਬਹੁਤ ਨੇ, ਇਹ ਗੱਲ ਨਹੀਂ ਆਪਾਂ ਸ਼ਹੀਦ ਨੇ ਕਰਾ, ਪਰ ਜਸਵੰਤ ਇੱਕ ਨੈਕਸਟ ਇੱਕੋ ਗੱਲ ਹੈਗੀ ਆ ਕਿ ਜਸਵੰਤ ਸਿੰਘ ਖਾਲੜਾ ਦਾ ਇਤਿਹਾਸ ਸਾਹਮਣੇ ਆਉਣਾ ਚਾਹੀਦਾ, ਕਿਸੇ ਵੀ ਰੂਪ ਚ ਆਉਣਾ ਚਾਹੀਦਾ ਜੀ। ਚਲੋ ਅਗਲੀ ਕਾਲ ਲੈ ਲੈਣੇ ਜੀ। ਹੈਲੋ ਹਾਂਜੀ ਚਾਵਲਾ ਸਾਹਿਬ, ਤੁਹਾਡਾ ਵਨ ਆਫ ਦਾ ਬੈਸਟ ਪ੍ਰੋਗਰਾਮ ਹੈ ਜੀ। ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਜੀ। ਦੇਖੋ, ਇਹ ਪਬਲਿਸਿਟੀ ਸਟੰਟ ਹੈ, ਬਾਲੀਵੁੱਡ ਨੇ ਕਾਪੀ ਕਰ ਰਹੇ ਆ ਜੀ, ਬਈ ਪਹਿਲਾਂ ਕਹਿ ਦੋ ਵੀ ਫਿਲਮ ਬੈਨ ਹੋ ਗਈ, ਇਹ ਰਿਲੀਜ਼ ਹੋਊਗੀ, ਬਾਕੀ ਜੇ ਫਿਰ ਕਿਸੇ ਹੋਰ ਤੋਂ ਕਰਾ ਲੈਣ ਜਿਹੜਾ ਗੁਰਸਿੱਖ ਹੈ, ਕਿਉਂਕਿ ਦਲਜੀਤ ਦਾ ਪਿੱਛੇ ਵੀਡੀਓ ਬੜੇ ਆਉਂਦੇ, ਸ਼ਰਾਬਾਂ ਪੀ ਕੇ ਅੰਗਰੇਜ਼ਾਂ ਨੂੰ ਕਹਿੰਦਾ ਅਪ ਟਾਪ ਰਾਈਟ, ਵੀ ਉਹਨਾਂ ਨੂੰ ਦਾਰੂ ਪੀਣੀ ਸਿਖਾ ਰਿਹਾ, ਤੇ ਕਿਸੇ ਗੁਰਸਿੱਖ ਤੋਂ ਕਰਾ ਲੈਣਾ ਚਾਹੀਦਾ ਜੀ ਰੋਲ। ਪਰ ਇਹ ਫਿਲਮ ਰਿਲੀਜ਼ ਹੋਊਗੀ ਜੀ, ਇਹ ਤਾਂ ਪਬਲਿਸਿਟੀ ਸਟੰਟ ਹੈ। ਥੈਂਕ ਯੂ, ਮਿਹਰਬਾਨੀ ਜੀ, ਥੈਂਕ ਯੂ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਚਲੋ ਆਪਾਂ ਅਗਲੀ ਚੱਲਦੇ ਹਾਂ ਸਵਾਲ ਦੇ ਉੱਤੇ। ਭਾਰਤ ਸਰਕਾਰ ਦਾ ਕੀ ਇਹ ਨੋਟੀਫਿਕੇਸ਼ਨ ਆਇਆ ਹੈ ਕਿ ਹਵਾਈ ਅੱਡਿਆਂ ਤੇ ਸਿੱਖ ਛੋਟੀ ਵੱਡੀ ਸ੍ਰੀ ਸਾਹਿਬ ਪਾ ਕੇ ਨਹੀਂ ਕਰ ਸਕਣਗੇ ਡਿਊਟੀ? SGPC ਦੇ ਪ੍ਰਧਾਨ ਧਾਮੀ ਨੇ ਲਿਆ ਨੋਟਿਸ। ਮੰਤਰੀ ਹੁਣ ਦੇਖੋ ਹੈ ਜੋਤੀ ਰਾਏ ਸਿੰਧੀਆ ਨੇ ਲਿਖਿਆ ਪੱਤਰ। ਇਹ ਸਾਡੇ ਭਾਰਤ ਚ ਹੋ ਰਿਹਾ, ਦੇਖ ਲਓ ਕਿ ਨਵਾਂ ਚੰਦ ਚਾੜਤਾ ਇਹਨਾਂ ਨੇ। ਦੇਖੋ ਹੁਣ ਵੀ ਕਹਿੰਦੇ ਵੀ ਤੁਸੀਂ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕੋਗੇ ਤੁਸੀਂ ਜੇ ਗੁਰਸਿੱਖ ਹੈਗੇ ਹੋ। ਇਹ ਬਾਹਰ ਅਮਰੀਕਾ 'ਚ ਤਾਂ ਚੱਲੀ ਹੈ ਗੱਲ, ਅਮਰੀਕਾ 'ਚ ਤਾਂ ਮਤਲਬ ਕਿ ਵੀ ਚਲੋ ਇੱਕ ਔਰਤ ਹੈਗੀ, ਉਹਨੇ ਆਵਾਜ਼ ਉਠਾਈ ਹੈ, ਕਹਿੰਦੇ ਜੀ ਡਿਊਟੀ ਕਰਨ ਤੋਂ ਰੋਕਿਆ ਜਾਂਦਾ ਸਿੱਖਾਂ ਨੂੰ, ਕਹਿੰਦੇ ਤੁਸੀਂ ਬਾਲ ਮੁੰਨ ਕੇ ਆਓ, ਤੇ ਸੰਸਦਾਂ ਕੋਲੇ ਆਵਾਜ਼ ਉਠਾਈ ਆ ਇੱਕ ਲੇਡੀ ਨੇ। ਤੇ ਆਹ ਭਾਰਤ ਵਿੱਚ ਵੀ ਕੰਮ ਹੁਣ ਹੋ ਗਿਆ, ਸ਼ੁਰੂ ਕਰਤਾ ਨੇ, ਭਾਵੇਂ ਧਾਮੀ ਨੇ ਗੱਲ ਉਠਾਈ ਆ ਕਿ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ, ਹੋਣ ਨਹੀਂ ਦਿਆਂਗੇ। ਤੇ ਇਹ ਹੁਣ ਕਹਿੰਦੇ ਵੀ ਤੁਸੀਂ ਅੰਮ੍ਰਿਤਧਾਰੀ ਛੋਟੀ ਕਿਰਪਾਨ ਤਾਂ ਬੰਦਾ ਚਲੋ, ਵੱਡੀ ਕਿਰਪਾਨ ਤਾਂ ਚਲੋ ਨਹੀਂ ਹੁੰਦਾ, ਉਹ ਚੰਗੀ ਵੀ ਲੱਗਦੀ। ਇੱਕ ਜਿਹੜਾ ਕਰਮਚਾਰੀ ਹੈਗਾ, ਇੱਕ ਜਿਹੜਾ ਮੁਲਾਜ਼ਮਤ ਹੈਗੀ ਆ, ਉਹ ਵੱਡੀ ਕਿਰਪਾਨ ਪਾ ਕੇ ਡਿਊਟੀ ਕਰਨ ਚੰਗਾ ਲੱਗਦਾ। ਤੇ ਪਰ ਛੋਟੀ ਕਿਰਪਾਨ ਤਾਂ ਜਿਹੜੀ ਆਮ ਤੋਂ ਵੀ ਰੋਕਿਆ ਜਾਵੇਗਾ, ਤਾਂ ਇਹਦਾ ਮਤਲਬ ਧਾਰਮਿਕ ਚਿੰਨ੍ਹਾਂ ਤੋਂ ਅਸੀਂ ਕਰ ਰਹੇ ਹਾਂ ਗੱਲ। ਹੁਣ ਇਹ ਨਵੀਂ ਪਿਰਤ ਸ਼ੁਰੂ ਹੋ ਰਹੀ ਹੈ ਭਾਰਤ ਵਿੱਚ। ਤੁਸੀਂ ਦੇਖੋ ਅੱਗੇ ਬਣਦਾ ਕੀ ਹੈ ਕਿ ਜਿਹੜੀ BJP ਸਰਕਾਰ ਹੈਗੀ ਆ, ਇਹ ਕੀ ਕਿਉਂਕਿ ਹਵਾਈ ਅੱਡੇ ਚੱਲਦਾ ਸਭ ਪ੍ਰਾਈਵੇਟ ਕਰਤੇ ਗਏ ਨਾ, ਕਾਫੀ ਪ੍ਰਾਈਵੇਟ ਹੋ ਗਏ ਹਵਾਈ ਅੱਡੇ ਤੇ। ਪ੍ਰਾਈਵੇਟ ਹਵਾਈ ਅੱਡੇ ਮਾਲਕ ਹੈ ਪ੍ਰਾਈਵੇਟ, ਜੋ ਮਰਜ਼ੀ ਕਰ ਸਕਦਾ, ਲਾਗੂ ਕਰ ਸਕਦਾ ਕੁਝ ਵੀ ਹੋ, ਤੇ ਉਹ ਕਰੀ ਜਾਂਦੇ ਆ। ਹੁਣ ਤੇ ਸਿੱਖ ਹੋ ਭਾਵੇਂ ਮੁਸਲਮਾਨ ਹੋਵੇ, ਤੇ ਆਪਣਾ ਕਰਕੇ ਆਪਣਾ ਦਮਖਮ ਦਿਖਾਈ ਜਾਂਦੇ ਚਾਵਲਾ ਸਾਹਿਬ ਜੀ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਚਾਹੇ ਪ੍ਰਾਈਵੇਟ ਅਦਾਰਾ ਹੋਵੇ ਤੇ ਚਾਹੇ ਹੋਵੇ ਕੋਈ ਵੀ ਅਦਾਰਾ, ਕਿਉਂਕਿ ਪ੍ਰਾਈਵੇਟ ਅਦਾਰੇ ਦੇ ਉੱਤੇ ਕਾਨੂੰਨ ਓਨਾ ਹੀ ਲਾਗੂ ਹੁੰਦਾ ਹੈ ਜਿੰਨਾ ਸਰਕਾਰ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਹੈ। ਇੱਕ ਕਮੇਟੀ ਬਣੀ ਸੀ 26 ਮਾਰਚ, ਦੁਬਾਰਾ ਇੱਕ ਕਮੇਟੀ 26 ਪਹਿਲੀ ਕਮੇਟੀ ਬਣੀ ਸੀਗੀ ਜੀ ਇਸੇ ਹੀ ਸੰਵਿਧਾਨ ਦੇ ਵਿੱਚ ਸ੍ਰੀ ਸਾਹਿਬ ਬਾਰੇ ਫੈਸਲੇ ਤੇ ਸੰਵਿਧਾਨਕ ਅਧਿਕਾਰ ਬਾਰੇ ਪੰਨਾ ਮਰੋੜ ਕੇ ਰੱਖਿਆ ਹੁੰਦਾ। ਜਦੋਂ ਇਹੋ ਜਿਹੀ ਗੱਲ ਆਉਂਦੀ ਹੈ ਤੇ ਫਿਰ ਸੁਣਾ ਦਿੰਦੇ ਆ, ਤਾਂ ਕਿ ਜਿਹੜੀ ਗੱਲ ਕਹਿ ਰਹੇ ਆ ਕੱਲ੍ਹ ਨੂੰ ਸਾਨੂੰ ਕੋਈ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਇਹ ਸਤਰਾਂ ਪੜ੍ਹ ਲਵੇ, ਕਾਨੂੰਨ ਪੜ੍ਹ ਲਵੇ, ਤੇ ਉਹਨੂੰ ਪਤਾ ਲੱਗ ਜਾਵੇ ਕਿ ਅਸੀਂ ਕੀ ਕਹਿੰਦੇ ਹਾਂ। ਲਾਹੌਰ ਹਾਈ ਕੋਰਟ ਦੇ ਦੋ ਸੈਸ਼ਨ ਜੱਜਾਂ ਮਿਸਟਰ ਸਕਾਟ ਸਮਿਥ ਅਤੇ ਜੇ ਹਰੀਸਨ ਨੇ ਆਪਣੇ ਫੈਸਲੇ 1924 ਲਾਹੌਰ ਪੰਨਾ ਨੰਬਰ 600 ਰਾਹੀਂ ਹਰੀ ਸਿੰਘ ਅਤੇ ਕਿਸ਼ਨ ਸਿੰਘ ਨੂੰ ਇੰਡੀਅਨ ਆਰਮ ਐਕਟ 1878 ਦੀ ਧਾਰਾ 19F ਰਾਹੀਂ ਇਹ ਅਧਿਕਾਰ ਦਿੱਤੇ ਕਿ ਸਿੱਖ ਕਿਸੇ ਵੀ ਸਾਈ ਦੀ ਕਿਰਪਾਨ ਹਰ ਸਮੇਂ ਆਪਣੇ ਨਾਲ ਆਪਣੇ ਸਰੀਰ ਉੱਪਰ ਪਹਿਨ ਕੇ ਕਿਸੇ ਵੀ ਜਗ੍ਹਾ ਜਾ ਸਕਦਾ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੇ ਆਜ਼ਾਦੀ ਤੋਂ ਪਹਿਲਾਂ ਕਿਰਪਾਨ ਪਹਿਨ ਦੀ ਧਾਰਮਿਕ ਆਜ਼ਾਦੀ ਵਾਸਤੇ ਭਾਰੀ ਜਦੋਜਹਿਦ ਕੀਤੀ ਤਾਂ ਪੰਡਿਤ ਮੋਤੀ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ 1928 ਵਿੱਚ ਨਹਿਰੂ ਕਮੇਟੀ ਦੇ ਨਾਂ ਹੇਠ ਇੱਕ ਸਬ ਕਮੇਟੀ ਕਾਇਮ ਕੀਤੀ ਗਈ, ਜਿਸ ਵਿੱਚ ਹਿੰਦੂ, ਸਿੱਖ ਤੇ ਮੁਸਲਿਮ ਸਮਾਜ ਦੇ ਮੈਂਬਰ ਸ਼ਾਮਲ ਸਨ। ਇਹ ਨਹਿਰੂ ਕਮੇਟੀ ਨੇ 1928 ਵਿੱਚ ਇੰਡੀਅਨ ਆਰਮ ਐਕਟ 1878 ਦੇ ਤਹਿਤ ਸਿੱਖਾਂ ਨੂੰ ਕਿਸੇ ਵੀ ਸਾਈ ਦੀ
ਕਿਰਪਾਨ ਅਤੇ ਕਿਸੇ ਵੀ ਸ਼ਕਲ ਦੀ ਕਿਰਪਾਨ ਬਣਾਉਣ ਤੇ ਵੇਚਣ ਦੇ ਨਾਲਣ ਪਹਿਨਣ ਜਾਂ ਪਹਿਨ ਕੇ ਸਫ਼ਰ ਕਰਨ ਵੇਲੇ ਸਦਾ ਆਪਣੇ ਨਾਲ ਲੈ ਕੇ ਜਾਣ ਦੀ ਪੂਰੀ ਖੁੱਲ੍ਹ ਦਿੱਤੀ। ਸਦਾ ਮਤਲਬ ਕੰਮ ਤੇ ਵੀ ਜਾ ਸਕਦੇ ਤੇ ਜਿੱਥੇ ਮਰਜ਼ੀ ਰੱਖ ਸਕਦੇ, ਵੇਚ ਸਕਦੇ ਆ। 1945 ਕਿਹਦਾ ਸਾਹਿਬ? ਫਿਰ ਇੱਕ 11 ਮੈਂਬਰੀ ਕਮੇਟੀ ਸੁਪਰੂ ਕਮੇਟੀ, ਮਸ਼ਹੂਰ ਕਮੇਟੀ ਯਾਦ ਹੈ ਤੁਹਾਨੂੰ, ਦੇ ਨਾਂ ਹੇਠ ਕਾਇਮ ਕੀਤੀ ਗਈ, ਜਿਸ ਦੇ ਮੈਂਬਰ ਸਨ ਸਰਦਾਰ ਹਰਨਾਮ ਸਿੰਘ, ਰਾਜਕੁਮਾਰੀ ਅੰਮ੍ਰਿਤ ਕੌਰ, ਆਚਾਰੀਆ JB कृपलानी, अलादी कृष्ण स्वामी अय्यर, मिस्टर KT शाह, मिस्टर KM मुंशी, मिस्टर SR असानी, मिस्टर हंस मेहता, डॉक्टर BR अंबेडकर, मिस्टर जयराम दौलत, मौलाना अब्दुल कलाम आजाद ਇਹ ਕਮੇਟੀ ਦੇ ਮੈਂਬਰ ਸਨ ਜਿਨ੍ਹਾਂ ਨੇ ਇਹ ਫੈਸਲਾ ਲਿਆ। ਇਸ ਕਮੇਟੀ ਨੇ ਫੈਸਲੇ ਦੀ ਰਿਪੋਰਟ ਦੀ ਸਫਾ 242 ਵਿੱਚ ਉਸ ਮੁਤਾਬਕ ਸਿੱਖਾਂ ਨੂੰ ਇੱਕ ਖੁੱਲ੍ਹ ਦਿੱਤੀ ਕਿ ਸਿੱਖ ਕਿਰਪਾਨ ਬਣਾ ਵੀ ਸਕਦੇ ਹਨ, ਵੇਚ ਵੀ ਸਕਦੇ ਹਨ ਤੇ ਹਰ ਸਮੇਂ ਆਉਣ ਜਾਣ ਵੇਲੇ ਆਪਣੇ ਨਾਲ ਰੱਖ ਸਕਦੇ ਹਨ। ਸਿੱਖਾਂ ਉੱਤੇ ਕਿਰਪਾਨ ਰੱਖਣ ਦੀ ਕੋਈ ਪਾਬੰਦੀ ਨਹੀਂ ਹੈ। ਭਾਰਤ ਦਾ ਕੋਈ ਵੀ ਕਾਨੂੰਨ ਸਿੱਖਾਂ ਦੇ ਇਸ ਧਾਰਮਿਕ ਅਧਿਕਾਰ ਨੂੰ ਚੁਣੌਤੀ ਨਹੀਂ ਦੇ ਸਕਦਾ। ਇਸ ਕਮੇਟੀ ਦੀ ਦੁਬਾਰਾ ਮੀਟਿੰਗ 26 ਮਾਰਚ 1947 ਵਿੱਚ ਹੋਈ, ਜਿਸ ਵਿੱਚ ਹਰਨਾਮ ਸਿੰਘ ਨੇ ਸਿੱਖਾਂ ਵਾਸਤੇ ਕਾਨੂੰਨ ਬਣਾਉਣ ਦੀ ਮੰਗ ਰੱਖੀ ਤਾਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਕਾਨੂੰਨ ਦੇ ਤਹਿਤ ਬਰਕਰਾਰ ਰਹੇ। ਇਸ ਕਮੇਟੀ ਨੇ ਆਪਣੇ 3 ਅਪ੍ਰੈਲ 1947 ਦੇ ਫੈਸਲੇ ਵਿੱਚ ਸਿੱਖਾਂ ਨੂੰ ਕਿਰਪਾਨ ਜੋ ਕਿਸੇ ਵੀ ਸਾਈਜ਼ ਜਾਂ ਸ਼ਕਲ ਦੀ ਹੋ ਸਕਦੀ ਹੈ ਪਹਿਨਣ ਤੇ ਆਪਣੇ ਨਾਲ ਸਦਾ ਅੰਗ ਸੰਗ ਰੱਖ ਕੇ ਅਮਨ ਨਾਲ ਰਹਿਣ ਵਾਸਤੇ ਪੂਰੀ ਖੁੱਲ੍ਹ ਦੇ ਦਿੱਤੀ। ਹਿੰਦੁਸਤਾਨ ਦੇ ਸੰਵਿਧਾਨ ਵਿਚਲਾ ਕੋਈ ਵੀ ਕਾਨੂੰਨ ਸ੍ਰੀ ਸਾਹਿਬ ਕਿਰਪਾਨ ਉੱਤੇ ਪਾਬੰਦੀ ਨਹੀਂ ਲਗਾ ਸਕਦਾ, ਕਿਉਂਕਿ ਹਿੰਦ ਅਸਲਾ ਕਾਨੂੰਨ ਦੇ ਅਧੀਨ ਉਹੀ ਅਗਨੀ ਸ਼ਾਸਤਰ ਆਉਂਦੇ ਹਨ ਜੋ ਬਰੂਦ ਦੀ ਸਹਾਇਤਾ ਨਾਲ ਚੱਲਦੇ ਹਨ। ਕਿਰਪਾਨ ਬਰੂਦ ਨਾਲ ਨਹੀਂ ਚੱਲਦੀ, ਇਸ ਕਰਕੇ ਕਿਰਪਾਨ ਅਗਨੀ ਸ਼ਾਸਤਰ ਨਹੀਂ ਹੈ। ਇਸ ਲਈ ਸਿੱਖਾਂ ਵਾਸਤੇ ਕਿਰਪਾਨ, ਹਿੰਦੂਆਂ ਵਾਸਤੇ ਤਰਸ਼ੂਲ ਅਤੇ ਗੋਰਖਾਂ ਵਾਸਤੇ ਖੋਖਰੀ ਕਿਸੇ ਕਾਨੂੰਨੀ ਪਾਬੰਦੀ ਦੇ ਅਧੀਨ ਨਹੀਂ ਹੁੰਦੀ। ਇਹ ਆਪਣੇ ਧਰਮ ਦੇ ਸੰਵਿਧਾਨ ਦੇ ਅਧੀਨ ਹਨ ਅਤੇ ਇਹ ਸ਼ਾਸਤਰ ਅਮਨ ਕਾਇਮ ਵਾਸਤੇ ਸਦਾ ਹੀ ਆਪਣੇ ਅੰਗ ਸੰਗ ਰੱਖੇ ਜਾਂਦੇ ਨੇ। ਜ਼ੁਲਮ ਕਰਨ ਵਾਲਾ ਜ਼ੁਲਮ ਇਹਨਾਂ ਸ਼ਸਤਰਾਂ ਦੀ ਹੋਂਦ ਅਤੇ ਮੌਜੂਦਗੀ ਦਾ ਅਨੁਭਵ ਕਰਦਾ ਹੋਇਆ ਜ਼ੁਲਮ ਅਤੇ ਅਨਿਆਂ ਕਰਨ ਤੋਂ ਝਿਜਕ ਜਾਵੇ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ। ਇੱਕ ਕਮੇਟੀ 1955 ਦੇ ਵਿੱਚ ਵੀ ਬਣਦੀ ਹੈ, ਉਹਦੀ ਗੱਲ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਗੱਲ ਚੱਲੀ ਸੀ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਤਾਂ ਕਰਕੇ ਪੜ੍ਹ ਕੇ ਸੁਣਾਈਆਂ ਕਿ ਸੰਵਿਧਾਨ ਕੀ ਕਹਿੰਦਾ ਹੈ, ਚਾਹੇ ਉਹ ਪ੍ਰਾਈਵੇਟੇਸ਼ਨ ਹੋ ਗਏ ਨੇ ਅਦਾਰੇ, ਚਾਹੇ ਉਹ ਸਰਕਾਰੀ ਤੌਰ ਤੇ ਨੇ, ਪਰੰਤੂ ਕਾਨੂੰਨ ਤੋਂ ਉੱਤੇ ਕੋਈ ਵੀ ਨਹੀਂ ਹੈ। ਕੀ ਕਹਿਣਾ ਚਾਹੋਗੇ? ਇਹ ਬਿਲਕੁਲ ਠੀਕ ਹੈ। ਜਿਹੜਾ ਆਪਣਾ ਲੋਕ ਸੰਵਿਧਾਨ ਦੇ ਵਿੱਚ ਹੱਕ ਹੈਗਾ, ਹਰ ਇੱਕ ਧਾਰਮਿਕ ਤੌਰ ਤੇ ਬੰਦਾ ਆਪਣੀ ਆਜ਼ਾਦੀ ਨਾਲ ਜੀਅ ਸਕਦਾ ਇੱਥੇ ਨਾ ਜੀ, ਉਹੀ ਤਾਂ ਕੱਟੀ ਜਾ ਰਹੇ ਨਾ। ਸੰਵਿਧਾਨ ਨੂੰ ਬਦਲਣ ਦੀ ਗੱਲ ਤਾਂ ਹੀ ਹੋ ਰਹੀ ਨਾ ਭਾਰਤ ਵਿੱਚ। ਸੰਵਿਧਾਨ ਨੂੰ ਚੇਂਜ ਕਰ ਦੋ ਤੁਸੀਂ ਜੀ, ਸੰਵਿਧਾਨ ਇਹਦੇ ਫਿੱਟ ਨਹੀਂ ਪੈਂਦਾ ਨਾ ਜੀ। ਡਾਕਟਰ ਅੰਬੇਡਕਰ ਸੰਵਿਧਾਨ ਜੋ ਹੈਗਾ ਨਾ, ਇਹਨਾਂ ਦੇ ਫਿੱਟ ਨਹੀਂ ਪੈਂਦਾ, ਇਸ ਕਰਕੇ ਚੇਂਜ ਕਰਨ ਲੱਗੇ ਨੇ ਜੀ। ਚਲੋ, ਰਾਜੀਵ ਗਾਂਧੀ ਦੇ ਕਾਤਲ AG ਪੇਰਾਰੀ ਵਲਨ ਨੂੰ ਜ਼ਮਾਨਤ ਮਿਲੀ ਹੈ, ਪਰ ਦੂਜੇ ਪਾਸੇ ਫੇਰ ਗੱਲ ਕਰੀਏ ਕਈ ਅਜਿਹੇ ਵੀ ਹਨ ਜੋ ਅੰਦਰ ਸਜ਼ਾ ਵੀ ਭੁਗਤ ਚੁੱਕੇ ਨੇ ਤੇ ਅਜੇ ਜ਼ਮਾਨਤਾਂ ਨਹੀਂ ਮਿਲਦੀਆਂ। ਕੀ ਕਹਿਣਾ ਚਾਹੋਗੇ? ਇਹਨਾਂ ਨੂੰ ਚਾਵਲਾ ਸਾਹਿਬ ਇਹ 7 ਬੰਦਿਆਂ ਨੂੰ ਫਾਂਸੀ ਹੋਈ ਸੀਗੀ। ਇਹਨਾਂ ਵਿੱਚ ਇਹ ਵੀ ਸੀਗੇ ਜਿਹੜੇ GP ਹੈਗੇ ਆ ਜੀ, ਤੇ ਇਹਨਾਂ ਨੇ ਅਸਲ 'ਚ ਨਾ ਜਿਹੜਾ AG ਪਰਾਰੀ ਵਲਨ ਹੈਗੇ ਜਿਹੜੇ, ਇਹ ਵੀ ਵਿੱਚ ਸੀ ਇਹਨਾਂ 7 ਬੰਦਿਆਂ ਦੇ ਵਿੱਚ। ਫਿਰ ਉਸ ਤੋਂ ਬਾਅਦ ਫਿਰ ਅਪੀਲਾਂ ਹੋਈਆਂ, ਅਪੀਲਾਂ ਤੋਂ ਬਾਅਦ ਇਹਨਾਂ ਦੀ ਸਜ਼ਾ ਜਿਹੜੀ ਸੀਗੀ ਨਾ ਉਹ ਉਮਰ ਕੈਦ 'ਚ ਹੋ ਗਈ ਸੀ। ਕੁਝ ਬੰਦੇ ਰਿਹਾ ਹੋ ਗਏ ਸੀਗੇ ਮੌਕੇ ਤੇ, ਇਹ ਰਹਿ ਗਏ ਸੀ, AG ਰਹਿ ਗਿਆ ਸੀਗੇ। ਇਹ ਹੁਣ ਪੈਰੋਲ ਤੇ ਬਾਹਰ ਆਇਆ ਸੀਗਾ ਤੇ ਕੋਰਟ ਵਿੱਚ ਚੱਲ ਰਿਹਾ ਸੀ ਕੇਸ ਇਸ ਮਾਮਲੇ 'ਚ ਵੀ ਇਹਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਤੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਮਾਮਲਾ ਗਿਆ ਉੱਥੇ ਤੇ ਉਹਨਾਂ ਨੇ ਵਿਚਾਰੀ ਸਾਰੀ ਗੱਲ, ਜਿਹਨਾਂ ਦਾ ਬਚਾਓ ਪੱਖ ਦਾ ਵਕੀਲ ਸੀਗਾ ਤੇ ਸਰਕਾਰੀ ਪੱਖ ਸੀਗੇ, ਸਾਰੀ ਗੱਲ ਵਿਚਾਰਨ ਤੋਂ ਬਾਅਦ ਇਸ ਨੂੰ ਜ਼ਮਾਨਤ ਦੇ ਦਿੱਤੀ ਗਈ ਆ। ਜ਼ਮਾਨਤ ਪੱਕੀ ਮਿਲ ਗਈ ਹੈ ਇਹਨੂੰ। ਤੇ ਹੁਣ ਜਦੋਂ ਵੀ ਮੌਕਾ ਮਿਲੇਗਾ, ਜਦੋਂ ਵੀ ਇਹਨੂੰ ਚਾਹੇਗੇ ਤੇ ਉਹ ਜੇਲ੍ਹ 'ਚ ਬੁਲਾ ਸਕਦੇ ਆ ਇਹਨੂੰ। ਦੂਜੇ ਪਾਸੇ ਇਹ ਕਿ ਵੀ ਸਾਡੇ ਜਿਹੜੇ ਕਿ ਸਿੱਖ ਭਾਈਚਾਰਾ ਹੈਗਾ, ਉਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨ ਅੱਜ ਕੱਲ੍ਹ ਦੇ ਜਿਹੜੇ ਬੁੜੇ ਹੋ ਚੁੱਕੇ ਆ, ਉਹ ਜੇਲ੍ਹਾਂ ਵਿੱਚ ਸੜ ਰਹੇ ਆ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ। ਉਹਨਾਂ ਦੇ ਬਾਰੇ ਕੋਈ ਗੌਰ ਨਹੀਂ ਕੀਤੀ। ਇਹ ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮਾਫ ਹੋ ਚੁੱਕੀ ਹੈ, ਜਿਹੜੀ ਕਿ ਫਾਂਸੀ ਹੈਗੀ ਆ, ਸਜ਼ਾ ਪੂਰੀ ਕਰ ਚੁੱਕਾ। ਉਹਦੀ ਫਾਈਲ ਤੇ ਸਾਈਨ ਕਰਦੇ ਵੀ ਝਿਜਕ ਰਹੇ ਆ ਜਿਹੜੇ ਕਿ ਇਹ ਸੈਂਟਰ ਸਰਕਾਰ ਵਾਲੇ ਬੰਦੇ ਆ ਜਾਂ ਇਹ ਜੈਨ ਵਰਗੇ ਬੰਦੇ ਹੈਗੇ ਆ। ਇਹ ਸਾਡੇ ਇਹ ਵਿਤਕਰਾ ਹੈਗਾ। ਘੱਟ ਗਿਣਤੀਆਂ ਨਾਲ ਇੰਨਾ ਕੁ ਵਿਤਕਰਾ ਤਾਂ ਖੈਰ ਹੁੰਦਾ। ਇਹ ਜਿਹੜਾ ਬੰਦਾ ਹੈਗਾ ਭਾਰਤ ਵਿੱਚ ਇਹੀ ਕਰਕੇ ਤਾਂ ਨਾ ਜੀ, ਤਾਂ ਹੀ ਤਾਂ ਲੋਕ ਮੰਗਦੇ ਆ, ਆਪੋ ਆਪਣਾ ਰਾਸ਼ਟਰ ਆਜ਼ਾਦ ਮੰਗਦੇ ਆ, ਆਜ਼ਾਦੀ ਮੰਗਦੇ ਆ, ਜੇ ਇਹੋ ਜਿਹੇ ਕੰਮ ਹੋ ਰਹੇ ਆ। ਚਾਵਲਾ ਸਾਹਿਬ ਜੀ, ਔਰ ਜਿਹੜੇ ਸੰਵਿਧਾਨ ਦੀ ਗੱਲ ਚੱਲੀ ਸੀ ਉਹਦੇ ਵਿੱਚ ਇਸ ਸੰਵਿਧਾਨ ਦੇ ਉੱਤੇ ਹੁਕਮ ਸਿੰਘ, ਭੁਪਿੰਦਰ ਸਿੰਘ ਮਾਨ ਤੇ ਭਾਈ ਜਿਹੜੇ ਨੇ, ਇਹਨਾਂ ਦੋਨਾਂ ਦੇ ਭਾਰਤੀ ਸੰਵਿਧਾਨ ਦੇ ਮੌਕੇ ਜੋ ਕਮੇਟੀ ਸਨ, ਇਹ ਜਦੋਂ ਕੁਝ ਤਬਦੀਲੀਆਂ ਹੋ ਰਹੀਆਂ ਸਨ
ਉਹ ਉੱਠ ਕੇ ਆ ਗਏ ਸਨ। ਪਰੰਤੂ ਇਹਦੇ ਵਿੱਚ ਬਹੁਤ ਕੁਝ ਹੈ ਇਸ ਬੁੱਕ ਦੇ ਵਿੱਚ। ਕਿਤੇ ਪੜ੍ਹੀ ਹੋਵੇ ਤਾਂ ਫੇਰ ਹੀ ਗੱਲ ਯਾਦ ਰਹਿੰਦੀ ਹੈ ਨਾ, ਨਹੀਂ ਤਾਂ ਫਿਰ ਫੂਕਾਂ ਹੀ ਹੋਣੀਆਂ ਸੀਗੀਆਂ। ਤੁਸੀਂ ਕਹਿ ਜਾਣਾ ਸੀ, ਅਸੀਂ ਸੁਣ ਲੈਣਾ ਸੀ। ਪਰ ਅਸੀਂ ਜਿਹੜੀ ਇਹਦੇ 'ਚ ਦੋਹਰ ਪਾ ਦਿੱਤੀ, ਭਾਈ ਆਹ ਕਾਨੂੰਨ ਕਹਿੰਦਾ, ਕਾਨੂੰਨ ਤੋਂ ਉੱਤੇ ਚਾਹੇ ਕੋਈ ਵੀ ਅਦਾਰਾ ਹੋਵੇ ਨਹੀਂ ਹੋ ਸਕਦਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਏਅਰਪੋਰਟ ਦੇ ਉੱਤੇ ਸਾਡੇ ਕਿੰਨੇ ਅੰਮ੍ਰਿਤਧਾਰੀ ਨੇ, ਟੈਕਸੀ ਚਲਾਉਂਦੇ ਕਿੰਨੇ, ਟਰੱਕ ਡਰਾਈਵਰ ਕਿੰਨੇ, ਹਰ ਫੈਕਟਰੀ ਦੇ ਵਿੱਚ ਅੰਮ੍ਰਿਤਧਾਰੀ ਨੇ, ਕੜਾ ਪਹਿਨਦੇ ਨੇ। ਜਿੱਥੇ ਉਹਨਾਂ ਨੂੰ ਲੱਗਦਾ ਕਿ ਸੇਫਟੀ ਵਜੋਂ ਉਤਾਰਨਾ ਪੈਂਦਾ ਹੈ ਤੇ ਉਹ ਦੱਸਦੇ ਨੇ ਤੇ ਉਹਨਾਂ ਦੀ ਮਤਲਬ ਸੁਣਦੇ ਨੇ। ਇੱਥੇ ਤੁਸੀਂ ਕੈਨੇਡਾ ਦੇ ਵਿੱਚ ਸ੍ਰੀ ਸਾਹਿਬ ਪਹਿਨ ਕੇ ਕੈਨੇਡਾ ਵਾਈਡ ਯਾਤਰਾ ਕਰ ਸਕਦੇ ਹੋ। ਸਮਝ ਨਹੀਂ ਆਉਂਦੀ, ਦੇਸ਼ ਦੀ ਆਜ਼ਾਦੀ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਹੱਸਦੇ ਹੋਏ ਗਾਉਂਦੇ ਹੋਏ ਅੱਜ 9 ਮਾਰਚ ਕੱਲ੍ਹ, ਅੱਜ 8 ਮਾਰਚ ਦੀ ਇੱਕ ਗਾਥਾ ਜਿਹੜੀ ਹੈ ਬੜੀ ਅਹਿਮ ਪੜ੍ਹ ਰਿਹਾ ਸਾਹਮਣੇ। ਸ਼ਹੀਦਾਂ ਨੇ ਗਾਉਂਦੇ ਹੋਏ, ਗਾਣੇ ਗਾਉਂਦੇ ਹੋਏ ਫਾਂਸੀ ਦੇ ਰੱਸਿਆਂ ਨੂੰ ਚੁੰਮ ਲਿਆ। ਉੱਥੇ ਆਹ ਹਾਲ ਹੋ ਰਿਹਾ। ਮੈਨੂੰ ਤੇ ਹੈਰਾਨਗੀ ਹੈ ਕਿ ਫਿਰ ਜਦੋਂ ਸਾਡੇ ਦੇਸ਼ ਦੇ ਕੋਈ ਪ੍ਰਧਾਨ ਮੰਤਰੀ, ਕੋਈ ਗ੍ਰਹਿ ਮੰਤਰੀ ਜਾਂ ਕਿਸੇ ਸੂਬੇ ਦਾ ਮੁੱਖ ਮੰਤਰੀ ਆਉਂਦਾ ਹੈ ਤਾਂ ਉਹਨੂੰ ਸ੍ਰੀ ਸਾਹਿਬ ਕਿਉਂ ਭੇਟ ਕਰਦੇ ਨੇ? ਫਿਰ ਉਹ ਕਿਉਂ ਫਿਰ ਸ੍ਰੀ ਸਾਹਿਬ ਲਹਿਰਾਉਂਦੇ ਨੇ? ਫਿਰ ਉੱਥੇ ਕੀ ਹੁੰਦਾ ਸ੍ਰੀ ਸਾਹਿਬ? ਉਹ ਸਿਰਫ ਇੱਕ ਵਿਖਾਵਾ ਵਾਸਤੇ? ਫਿਰ ਸਾਡੀਆਂ ਜਿਹੜੀਆਂ ਨੇ ਮਤਲਬ ਪਰੰਪਰਾਵਾਂ, ਸਾਡੀਆਂ ਧਾਰਮਿਕ ਰਹੁ ਰੀਤਾਂ ਜਿਹੜੀਆਂ ਨੇ, ਉਹ ਸਿਰਫ ਹਾਸਾ ਹੀ ਹੈ, ਮਜ਼ਾਕ ਹੈ। ਖੈਰ 47 ਵਿੱਚ ਦੇਸ਼ ਆਜ਼ਾਦ ਹੁੰਦਾ। ਚਲੋ 47 ਵਿੱਚ ਦੇਸ਼ ਆਜ਼ਾਦ ਹੋਇਆ। 48 ਵਿੱਚ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ। ਅੱਜ ਕੱਲ੍ਹ ਉਹ ਵੀ ਸ਼ਬਦ ਲਿਆ ਕਿਸੇ ਨੇ ਕੱਢ ਕੇ ਕਪੂਰ ਸਿੰਘ ਹੋਣਾ ਦੀ ਗੱਲ ਕਰਦੇ, ਸੱਚੀ ਸਾਖੀ ਦੇ ਵਿੱਚ ਲਿਖਿਆ ਗਿਆ। ਹਾਂਜੀ, ਉਹਨੂੰ ਵੀ ਚੈਲੰਜ ਕਰਦੇ ਨੇ ਕਈ, ਸਾਡੇ ਆਪਣੇ ਹੀ ਚੈਲੰਜ ਕਰਦੇ ਨੇ। ਐਨੀਵੇ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਕੀ ਲੱਗਦਾ ਫਿਰ? ਹਾਂ, ਲੱਗਦਾ ਕਿ ਕੱਲ ਕਹਿ ਗਿਆ ਭਗਵੰਤ ਮਾਨ, ਕਹਿੰਦੇ ਵੀ 80 ਤਾਂ ਪੱਕੀਆਂ ਨੇ, 100 ਤੱਕ ਜਾਵਾਂਗੇ ਅਸੀਂ। ਲੋਕਾਂ ਨੇ ਦਿੱਤਾ, ਚਮਤਕਾਰ ਕਰਤਾ ਲੋਕਾਂ ਨੇ। ਕਹਿੰਦੇ ਸੁਖਬੀਰ ਬਾਦਲ ਫੇਰ ਕਹਿੰਦਾ ਕੱਲ, ਉਹ ਕਹਿੰਦੇ ਇਹ ਜਿਹੜਾ ਝੂਠ ਹੈਗਾ ਨਾ, ਇਹ ਝੂਠ ਬਰਦਾਸ਼ਤ ਨਹੀਂ ਹੋ ਰਿਹਾ, ਇਹਨਾਂ ਤੇ ਬੈਨ ਲੱਗਣਾ ਚਾਹੀਦਾ। 8:01 ਕਿਸੇ ਵੇਲੇ ਕੋਈ ਵੀ ਖਬਰ ਦੋਸਤੋ ਹੋ ਗਿਆ, ਬਸ ਸ਼ੁਰੂ ਆ ਸਕਦੀ ਹੈ। ਰਿਜ਼ਲਟ ਤੁਸੀਂ ਦੇਖਦੇ ਹੋ, ਸਾਡੀ ਵੀ ਟੀਮ ਪੂਰੀ ਤਿਆਰ ਆ, ਅੰਜੀ ਜੀ ਵੀ ਪੂਰੇ ਤਿਆਰ ਨੇ। 12 ਵਜੇ ਤੱਕ ਕੀਦਾ ਸਾਹਿਬ ਵੀ ਸਾਡੇ ਨਾਲ ਸਮੇਂ ਸਮੇਂ ਟੈਕਸਟ ਮੈਸੇਜ ਕਰਦੇ ਰਹਿਣਗੇ, ਆ ਜਾਣਗੇ। ਬਿਲਕੁਲ ਮੈਂ ਕਰਦਾ ਰਹਾਂਗਾ। WhatsApp ਤੇ ਵੀ ਤੁਸੀਂ ਆ ਸਕਦੇ ਹੋ। ਔਰ ਜਦ ਤੱਕ ਮਿੰਟੂ ਜੀ ਨੇ ਆਉਣਾ, ਕਾਫੀ ਕੁਝ ਉਥਲ ਪੁਥਲ ਹੋ ਜਾਣਾ, ਤੇ ਆਪਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਸ ਘੰਟੇ ਕੇ ਬਾਅਦ ਤੁਹਾਡੇ ਕੋਲ ਆ ਜਾਣਾ ਜੀ, ਮੁੜ ਕੇ ਫੇਰ ਆ ਜਾਣਾ। ਥੈਂਕ ਯੂ। ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।